ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 7ਵੀਂ ਦੇ ਪਾਰਟ ਨੰਬਰ 8 ਸਟੋਰੇਜ ਡਿਵਾਈਸ ਪਾਰਟ ਲੈ ਕੇ ਹਾਜ਼ਰ ਹੋਏ ਹਾਂ। ਸੋ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਅਸੀਂ ਇਸ ਪਾਰਟ ਦੇ ਉਦੇਸ਼ ਬਾਰੇ ਜਾਣ ਲੈਂਦੇ ਹਾਂ, ਜਿਸ ਵਿੱਚ ਸਾਡੇ ਕੋਲ ਇਸ ਪਾਰਟ ਦਾ ਪਹਿਲਾ ਉਦੇਸ਼ ਹੈ ਮੈਮਰੀ ਕੀ ਹੈ, ਮੈਮਰੀ ਦੇ ਮਾਪਦੰਡ, ਮੈਮਰੀ ਦੀਆਂ ਕਿਸਮਾਂ, ਪ੍ਰਾਇਮਰੀ ਮੈਮਰੀ, ਸੈਕੰਡਰੀ ਮੈਮਰੀ ਅਤੇ ਇਸ ਪਾਰਟ ਦੇ ਅਖੀਰ ਵਿੱਚ ਅਸੀਂ ਇਸ ਪਾਰਟ ਦਾ ਅਭਿਆਸ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਟੌਪਿਕ ਹੈ ਮੈਮਰੀ ਕੀ ਹੈ। ਸੋ ਕੰਪਿਊਟਰ ਸਿਸਟਮ ਦੀ ਡਾਟਾ ਨੂੰ ਸਟੋਰ ਕਰਕੇ ਰੱਖਣ ਦੀ ਸਮਰੱਥਾ ਨੂੰ ਮੈਮਰੀ ਕਹਿੰਦੇ ਆ। ਕੰਪਿਊਟਰ ਮੈਮਰੀ ਦੀ ਵਰਤੋਂ ਡਾਟਾ, ਪ੍ਰੋਗਰਾਮ ਅਤੇ ਹਦਾਇਤਾਂ ਨੂੰ ਸਥਾਈ ਜਾਂ ਅਸਥਾਈ ਤੌਰ ਤੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ, ਤਾਂ ਕਿ ਪ੍ਰੋਸੈਸਿੰਗ ਤੋਂ ਪਹਿਲਾਂ ਜਾਂ ਬਾਅਦ ਵਿੱਚ ਲੋੜ ਪੈਣ ਤੇ ਇਸ ਦੀ ਵਰਤੋਂ ਕੀਤੀ ਜਾ ਸਕੇ। ਮੈਮਰੀ ਦੀ ਵਰਤੋਂ ਪ੍ਰੋਸੈਸਿੰਗ ਤੋਂ ਪ੍ਰਾਪਤ ਨਤੀਜਿਆਂ ਨੂੰ ਸਟੋਰ ਕਰਨ ਲਈ ਵੀ ਕੀਤੀ ਜਾਂਦੀ ਹੈ। ਸੋ ਮੈਮਰੀ ਛੋਟੇ-ਛੋਟੇ ਭਾਗਾਂ ਵਿੱਚ ਵੰਡੀ ਹੁੰਦੀ ਹੈ, ਜਿਨ੍ਹਾਂ ਨੂੰ ਅਸੀਂ ਸੈੱਲ ਕਹਿੰਦੇ ਹਾਂ। ਅੱਗੇ ਹੁਣ ਅਸੀਂ ਮੈਮਰੀ ਬਾਰੇ ਹੋਰ ਜਾਣਨ ਤੋਂ ਪਹਿਲਾਂ ਅਸੀਂ ਪਹਿਲਾਂ ਮੈਮਰੀ ਦੇ ਮਾਪਦੰਡ ਬਾਰੇ ਜਾਣ ਲੈਂਦੇ ਹਾਂ। ਸੋ ਮੈਮਰੀ ਦੇ ਸਾਡੇ ਕੋਲ 3 ਮਾਪਦੰਡ ਨੇ, ਸਟੋਰੇਜ ਸਮਰੱਥਾ, ਐਕਸੈਸ ਮੋਡ ਅਤੇ ਤੀਸਰਾ ਹੈ ਐਕਸੈਸ ਟਾਈਮ। ਸਭ ਤੋਂ ਪਹਿਲਾਂ ਅਸੀਂ ਸਟੋਰੇਜ ਸਮਰੱਥਾ ਬਾਰੇ ਜਾਣ ਲੈਂਦੇ ਹਾਂ। ਸੋ ਸਟੋਰੇਜ ਸਮਰੱਥਾ ਇਹ ਮੈਮਰੀ ਦੇ ਆਕਾਰ ਨੂੰ ਪ੍ਰਦਰਸ਼ਿਤ ਕਰਦੀ ਹੈ। ਇਹ ਕੰਪਿਊਟਰ ਦੀ ਅੰਦਰੂਨੀ ਮੈਮਰੀ ਨੂੰ ਵਰਡ ਜਾਂ ਬਾਈਟ ਵਿੱਚ ਅਸੀਂ ਮਾਪ ਸਕਦੇ ਹਾਂ। ਦੂਸਰਾ ਪੁਆਇੰਟ ਹੈ ਸਾਡੇ ਕੋਲ ਐਕਸੈਸ ਮੋਡ। ਹਰੇਕ ਮੈਮਰੀ ਦੀ ਬਹੁਤ ਸਾਰੀਆਂ ਮੈਮਰੀ ਲੋਕੇਸ਼ਨ ਹੁੰਦੀਆਂ ਹਨ। ਅਸੀਂ ਇਹਨਾਂ ਨੂੰ ਸਿੱਧੇ ਤੌਰ ਤੇ ਲੜੀਵਾਰ ਜਾਂ ਰੈਂਡਮ ਤਰੀਕੇ ਰਾਹੀਂ ਇਸ ਤੱਕ ਪਹੁੰਚ ਕਰ ਸਕਦੇ ਹਾਂ, ਨੂੰ ਐਕਸੈਸ ਮੋਡ ਕਹਿੰਦੇ ਹਾਂ। ਤੀਸਰਾ ਸਾਡੇ ਕੋਲ ਇਸ ਦੀ ਕਿਸਮ ਹੈ ਐਕਸੈਸ ਟਾਈਮ। ਐਕਸੈਸ ਟਾਈਮ ਦੀ ਵਰਤੋਂ ਕੰਪਿਊਟਰ ਦੇ ਬੇਸਿਕ ਆਪਰੇਸ਼ਨ ਪੜ੍ਹਨ ਅਤੇ ਲਿਖਣ ਲਈ ਕੀਤੀ ਜਾਂਦੀ ਹੈ। ਅੱਗੇ ਹੁਣ ਅਸੀਂ ਮੈਮਰੀ ਦੀਆਂ ਕਿਸਮਾਂ ਬਾਰੇ ਜਾਣਾਂਗੇ। ਮੈਮਰੀ ਦੀਆਂ ਸਾਡੇ ਕੋਲ 2 ਕਿਸਮਾਂ ਹੁੰਦੀਆਂ ਨੇ, ਜਿਸ ਵਿੱਚ ਪਹਿਲੀ ਹੈ ਪ੍ਰਾਇਮਰੀ ਮੈਮਰੀ ਅਤੇ ਦੂਸਰੀ ਸੈਕੰਡਰੀ ਮੈਮਰੀ। ਸੋ ਸਭ ਤੋਂ ਪਹਿਲਾਂ ਅਸੀਂ ਹੁਣ ਪ੍ਰਾਇਮਰੀ ਮੈਮਰੀ ਬਾਰੇ ਜਾਣਾਂਗੇ। ਪ੍ਰਾਇਮਰੀ ਮੈਮਰੀ ਨੂੰ ਅੰਦਰੂਨੀ ਮੈਮਰੀ ਜਾਂ ਮੁੱਖ ਮੈਮਰੀ ਵੀ ਕਿਹਾ ਜਾਂਦਾ ਹੈ। ਇਹ ਮੈਮਰੀ CPU ਦਾ ਹੀ ਭਾਗ ਹੁੰਦੀ ਹੈ। ਪ੍ਰਾਇਮਰੀ ਮੈਮਰੀ ਸਿਰਫ ਉਹਨਾਂ ਡਾਟਾ ਅਤੇ ਹਦਾਇਤਾਂ ਨੂੰ ਸਟੋਰ ਕਰਕੇ ਰੱਖਦੀ ਹੈ ਜਿਨ੍ਹਾਂ ਉੱਪਰ ਕੰਪਿਊਟਰ ਉਸ ਸਮੇਂ ਕੰਮ ਕਰ ਰਿਹਾ ਹੁੰਦਾ ਹੈ। ਇਸ ਵਿੱਚ ਮਾਈਕਰੋ ਕੰਡਕਟਰ ਵਰਤੇ ਜਾਂਦੇ ਹਨ, ਜਿਵੇਂ ਕਿ ਤੁਸੀਂ ਸੱਜੇ ਪਾਸੇ ਚਿੱਤਰ ਦੇਖ ਪਾ ਰਹੇ ਹੋ, ਜੋ ਕਿ ਬਹੁਤ ਤੇਜ਼ ਅਤੇ ਵਿਸ਼ੇਸ਼ ਕਿਸਮ ਦੇ ਇਲੈਕਟ੍ਰੋਨਿਕ ਸਰਕਟ ਹੁੰਦੇ ਹਨ। ਕੰਪਿਊਟਰ ਦੀ ਮੁੱਖ ਮੈਮਰੀ ਦਾ ਸਾਈਜ਼ ਜਿੰਨਾ ਜ਼ਿਆਦਾ ਹੁੰਦਾ ਹੈ, ਉਸ ਕੰਪਿਊਟਰ ਨੂੰ ਉਨਾ ਹੀ ਤੇਜ਼ ਮੰਨਿਆ ਜਾਂਦਾ ਹੈ। ਸੋ ਅੱਗੇ ਹੁਣ ਅਸੀਂ ਪ੍ਰਾਇਮਰੀ ਮੈਮਰੀ ਦੀ ਕਿਸਮਾਂ ਬਾਰੇ ਜਾਣਾਂਗੇ। ਪ੍ਰਾਇਮਰੀ ਮੈਮਰੀ ਦੀਆਂ ਆਮ ਤੌਰ ਤੇ 2 ਕਿਸਮਾਂ ਹੁੰਦੀਆਂ ਹਨ, ਜਿਸ ਵਿੱਚ ਪਹਿਲਾਂ ਸਾਡੇ ਕੋਲ ਰੈਮ ਅਤੇ ਦੂਸਰਾ ਰੋਮ। ਸਭ ਤੋਂ ਪਹਿਲਾਂ ਅਸੀਂ ਰੈਮ ਬਾਰੇ ਜਾਣਾਂਗੇ। ਸੋ ਰੈਮ ਦਾ ਪੂਰਾ ਨਾਮ ਰੈਂਡਮ ਐਕਸੈਸ ਮੈਮਰੀ ਹੈ। ਇਹ ਇੱਕ ਚਿਪ ਵਾਂਗ ਹੁੰਦੀ ਹੈ ਜੋ ਮੈਟਲ ਆਕਸਾਈਡ ਸੈਮੀਕੰਡਕਟਰ ਦੀ ਬਣੀ ਹੁੰਦੀ ਹੈ। ਰੈਮ ਵਿੱਚ ਅਸਥਾਈ ਸੂਚਨਾਵਾਂ ਸਟੋਰ ਹੁੰਦੀਆਂ ਹਨ ਅਤੇ ਬਿਜਲੀ ਬੰਦ ਹੋਣ ਤੇ ਇਸ ਵਿੱਚ ਪਿਆ ਡਾਟਾ ਨਸ਼ਟ ਹੋ ਜਾਂਦਾ ਹੈ। ਸੋ ਜਦੋਂ ਅਸੀਂ ਕੋਈ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਤਾਂ ਉਸ ਸਮੇਂ ਉਸ ਪ੍ਰੋਗਰਾਮ ਦਾ ਇੰਟਰਫੇਸ ਅਤੇ ਉਸ ਨਾਲ ਸੰਬੰਧਿਤ ਕੰਮ ਵੀ ਰੈਮ ਵਿੱਚ ਲੋਡ ਕੀਤੇ ਜਾਂਦੇ ਹਨ। ਰੈਮ ਇੱਕ ਬਹੁਤ ਤੇਜ਼ ਰਫ਼ਤਾਰ ਮੈਮਰੀ ਹੁੰਦੀ ਹੈ ਜੋ ਕਿ ਚੱਲ ਰਹੇ ਪ੍ਰੋਗਰਾਮਾਂ ਅਤੇ ਪ੍ਰੋਸੈਸਾਂ ਨੂੰ ਸਟੋਰ ਕਰਨ ਵਿੱਚ ਸਹਾਈ ਹੁੰਦੀ ਹੈ। ਸੋ ਅੱਗੇ ਹੁਣ ਅਸੀਂ ਰੋਮ ਬਾਰੇ ਜਾਣਾਂਗੇ। ਸੋ ਰੋਮ ਦਾ ਪੂਰਾ ਨਾਮ ਰੀਡ ਓਨਲੀ ਮੈਮਰੀ ਹੈ। ਰੋਮ ਵਿੱਚ ਮੌਜੂਦ ਡਾਟੇ ਅਤੇ ਹਦਾਇਤਾਂ ਨੂੰ ਸਿਰਫ ਪੜ੍ਹਿਆ ਜਾ ਸਕਦਾ ਹੈ, ਕਿਉਂਕਿ ਇਸ ਦੇ ਨਾਮ ਤੇ ਪਤਾ ਚੱਲ ਰਿਹਾ ਰੀਡ ਓਨਲੀ ਮੈਮਰੀ। ਇਸ ਵਿੱਚ ਜੋ ਵੀ ਡਾਟਾ ਜਾਂ ਹਦਾਇਤਾਂ ਹੈ ਉਹਨਾਂ ਨੂੰ ਅਸੀਂ ਸਿਰਫ ਪੜ੍ਹ ਸਕਦੇ ਹਾਂ। ਇਹ ਕੰਪਿਊਟਰ ਮੈਮਰੀ ਦਾ ਇੱਕ ਛੋਟਾ ਜਿਹਾ ਹਿੱਸਾ ਹੁੰਦੀ ਹੈ। ਇਸ ਦੀ ਸਮਰੱਥਾ ਪਹਿਲਾਂ ਤੋਂ ਹੀ ਨਿਰਧਾਰਿਤ ਹੁੰਦੀ ਹੈ ਅਤੇ ਇਹ ਉਹਨਾਂ ਹਦਾਇਤਾਂ ਨੂੰ ਪੱਕੇ ਤੌਰ ਤੇ ਸਟੋਰ ਕਰਕੇ ਰੱਖਦੀ ਹੈ ਜੋ ਕੰਪਿਊਟਰ ਨੂੰ ਸ਼ੁਰੂ ਕਰਨ ਸਮੇਂ ਵਰਤੀਆਂ ਜਾਂਦੀਆਂ ਹਨ। ਸੋ ਅੱਗੇ ਹੁਣ ਅਸੀਂ ਮੈਮਰੀ ਦੀ ਦੂਸਰੀ ਕਿਸਮ ਸੈਕੰਡਰੀ ਮੈਮਰੀ ਬਾਰੇ ਜਾਣਾਂਗੇ। ਸੈਕੰਡਰੀ ਮੈਮਰੀ ਨੂੰ ਐਕਸਟਰਨਲ ਮੈਮਰੀ, ਐਕਜ਼ਿਲਰੀ ਮੈਮਰੀ ਜਾਂ ਫਿਜ਼ੀਕਲ ਮੈਮਰੀ ਵੀ ਕਿਹਾ ਜਾਂਦਾ ਹੈ। ਸੈਕੰਡਰੀ ਮੈਮਰੀ ਵਿੱਚ ਡਾਟਾ ਅਤੇ ਸੂਚਨਾਵਾਂ ਨੂੰ ਲੰਮੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ। ਇਸ ਵਿੱਚ ਪਿਆ ਡਾਟਾ ਬਿਜਲੀ ਚਲੇ ਜਾਣ ਤੇ ਵੀ ਨਹੀਂ ਮਿਟਦਾ। ਇਸ ਦੀ ਡਾਟਾ ਨੂੰ ਪੜ੍ਹਨ ਅਤੇ ਲਿਖਣ ਦੀ ਸਮਰੱਥਾ ਮੁੱਖ ਮੈਮਰੀ ਨਾਲੋਂ ਹੌਲੀ ਹੁੰਦੀ ਹੈ। ਇਸ ਦੀ ਕੀਮਤ ਵੀ ਬਹੁਤ ਘੱਟ ਹੁੰਦੀ ਹੈ। ਸੈਕੰਡਰੀ ਮੈਮਰੀ ਨੂੰ ਸਹਾਇਕ ਮੈਮਰੀ ਦੇ ਤੌਰ ਤੇ ਜ਼ਿਆਦਾ ਸੂਚਨਾਵਾਂ ਸਟੋਰ ਕਰਨ ਦੀ ਸਮਰੱਥਾ ਕਰਕੇ ਵਰਤਿਆ ਜਾਂਦਾ ਹੈ। ਸੋ ਹੁਣ ਅਸੀਂ ਕੁਝ ਮੁੱਖ ਸੈਕੰਡਰੀ ਮੈਮਰੀ ਸਟੋਰੇਜ ਯੰਤਰਾਂ ਬਾਰੇ ਜਾਣਾਂਗੇ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਇੰਟਰਨਲ ਹਾਰਡ ਡਿਸਕ ਡਰਾਈਵ, ਦੂਸਰਾ ਐਕਸਟਰਨਲ ਹਾਰਡ ਡਿਸਕ ਡਰਾਈਵ, ਤੀਸਰਾ ਹੈ ਫਲੋਪੀ ਡਿਸਕ, ਚੌਥਾ ਮੈਗਨੇਟਿਕ ਟੇਪ, ਪੰਜਵਾਂ CD, ਛੇਵਾਂ DVD, ਸੱਤਵਾਂ ਪੈਨ ਡਰਾਈਵ
ਅਤੇ 8ਵਾਂ ਮੈਮਰੀ ਕਾਰਡ। ਸਭ ਤੋਂ ਪਹਿਲਾਂ ਅਸੀਂ ਪਹਿਲਾ ਸਟੋਰੇਜ ਡਿਵਾਈਸ ਜਿਸ ਦਾ ਨਾਮ ਹੈ ਇੰਟਰਨਲ ਹਾਰਡ ਡਿਸਕ ਡਰਾਈਵ, ਇਸ ਦੇ ਬਾਰੇ ਜਾਣਾਂਗੇ। ਸੋ ਇੰਟਰਨਲ ਹਾਰਡ ਡਿਸਕ ਨੂੰ ਫਿਕਸ ਡਿਸਕ ਵੀ ਕਿਹਾ ਜਾਂਦਾ ਹੈ। ਇਹ ਮੈਮਰੀ ਦੀ ਸਥਾਈ ਕਿਸਮ ਹੈ। ਇਹ ਪ੍ਰਾਇਮਰੀ ਮੈਮਰੀ ਨਾਲੋਂ ਘੱਟ ਰਫ਼ਤਾਰ ਨਾਲ ਕੰਮ ਕਰਦੀ ਹੈ। CPU ਇਹਨਾਂ ਵਿੱਚੋਂ ਪਏ ਡਾਟੇ ਦੀ ਸਿੱਧੇ ਤੌਰ 'ਤੇ ਵਰਤੋਂ ਨਹੀਂ ਕਰਦਾ। ਹਾਰਡ ਡਿਸਕ ਵਿੱਚ ਪਿਆ ਡਾਟਾ ਪਹਿਲਾਂ ਮੇਨ ਮੈਮਰੀ ਵਿੱਚ ਭੇਜਿਆ ਜਾਂਦਾ ਹੈ, ਫਿਰ CPU ਇਸ ਦੀ ਵਰਤੋਂ ਕਰਦਾ ਹੈ। ਸੋ ਇਹ ਇੱਕ ਜਾਂ ਇੱਕ ਤੋਂ ਵੱਧ ਮਜ਼ਬੂਤ ਧਾਤੂ ਦੀਆਂ ਪਲੇਟਾਂ ਹੁੰਦੀਆਂ ਹਨ ਜਿਨ੍ਹਾਂ ਉੱਤੇ ਮੈਟਲ ਆਕਸਾਈਡ ਦੀ ਪਰਤ ਚੜ੍ਹੀ ਹੁੰਦੀ ਹੈ ਦੀ ਬਣੀ ਹੁੰਦੀ ਹੈ। ਹਾਰਡ ਡਿਸਕ ਵਿੱਚ ਡਾਟਾ ਮੈਗਨੇਟਿਕਲੀ ਰਿਕਾਰਡ ਕੀਤਾ ਜਾਂਦਾ ਹੈ। ਸੋ ਇੰਟਰਨਲ ਹਾਰਡ ਡਿਸਕ ਦੇ ਸਭ ਤੋਂ ਹੇਠਾਂ ਅਤੇ ਸਭ ਤੋਂ ਉੱਪਰ ਵਾਲੀ ਡਿਸਕ ਨੂੰ ਛੱਡ ਕੇ ਬਾਕੀ ਸਾਰੀਆਂ ਡਿਸਕ ਵਿੱਚ ਡਾਟਾ ਸਟੋਰ ਕੀਤਾ ਜਾਂਦਾ ਹੈ। ਹਰ ਇੱਕ ਡਿਸਕ ਉੱਪਰ ਇੱਕ ਰੀਡ ਰਾਈਟ ਹੈਡ ਲੱਗਾ ਹੁੰਦਾ ਹੈ। ਸੋ ਹਾਰਡ ਡਿਸਕ ਵਿੱਚ ਲੱਗੇ ਪਲੈਟਰ ਡਿਸਕ ਨੂੰ ਤੇਜ਼ ਗਤੀ ਨਾਲ ਘੁਮਾਉਂਦੇ ਹਨ। ਡਿਸਕ 5400 ਤੋਂ ਲੈ ਕੇ 7200 ਚੱਕਰ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਘੁੰਮਦੀ ਹੈ। ਸੋ ਇੱਕ ਆਮ ਕੰਪਿਊਟਰ ਦੀ ਸਟੋਰੇਜ ਸਮਰੱਥਾ 20 GB ਤੋਂ 1 TB ਤੱਕ ਹੋ ਸਕਦੀ ਹੈ। ਅੱਗੇ ਸਾਡੇ ਕੋਲ ਦੂਸਰਾ ਸਟੋਰੇਜ ਡਿਵਾਈਸ ਹੈ ਐਕਸਟਰਨਲ ਹਾਰਡ ਡਿਸਕ ਡਰਾਈਵ। ਸੋ ਕੰਪਿਊਟਰ ਸਿਸਟਮ ਦੀ ਲੋੜ ਅਤੇ ਅਲੱਗ-ਅਲੱਗ ਜ਼ਰੂਰਤਾਂ, ਅਣਉਚਿਤ ਸਾਧਨਾਂ ਅਤੇ ਹਾਲਾਤਾਂ ਕਰਕੇ ਐਕਸਟਰਨਲ ਹਾਰਡ ਡਿਸਕ ਡਰਾਈਵ ਦੀ ਲੋੜ ਪੈਂਦੀ ਹੈ। ਐਕਸਟਰਨਲ ਹਾਰਡ ਡਿਸਕ ਦੀ ਵਰਤੋਂ ਇੰਟਰਨਲ ਹਾਰਡ ਡਿਸਕ ਵਾਂਗ ਜ਼ਿਆਦਾ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਇਹ ਯੂਜ਼ਰ ਨੂੰ ਖਾਸ, ਗੁਪਤ ਅਤੇ ਹੋਰ ਜ਼ਰੂਰੀ ਸੂਚਨਾਵਾਂ ਸਟੋਰ ਕਰਨ ਦੀ ਆਗਿਆ ਦਿੰਦੀ ਹੈ ਅਤੇ ਇਹਨਾਂ ਨੂੰ ਕੰਪਿਊਟਰ ਤੋਂ ਵੱਖ ਕਰਕੇ ਕਿਸੇ ਸੁਰੱਖਿਅਤ ਸਥਾਨ 'ਤੇ ਵੀ ਰੱਖਿਆ ਜਾ ਸਕਦਾ ਹੈ। ਇਹ ਇੱਕ ਪੋਰਟੇਬਲ ਯੰਤਰ ਹੈ। ਇਸ ਵਿੱਚ ਪੋਰਟੇਬਲ ਤੋਂ ਭਾਵ ਹੈ ਕਿ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਇਹਨਾਂ ਨੂੰ ਕੰਪਿਊਟਰ ਦੇ ਡਾਟੇ ਦਾ ਬੈਕਅਪ ਰੱਖਣ ਲਈ ਵਰਤਿਆ ਜਾਂਦਾ ਹੈ। ਸੋ ਹੁਣ ਅਸੀਂ ਐਕਸਟਰਨਲ ਹਾਰਡ ਡਿਸਕ ਡਰਾਈਵ ਦੇ ਲਾਭ ਬਾਰੇ ਜਾਣਾਂਗੇ, ਜਿਸ ਦਾ ਪਹਿਲਾ ਲਾਭ ਹੈ ਐਕਸਟਰਨਲ ਹਾਰਡ ਡਿਸਕ ਪੋਰਟੇਬਲ ਸੈਕੰਡਰੀ ਮੈਮਰੀ ਹੈ। ਇਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਇਹਦਾ ਦੂਸਰਾ ਲਾਭ ਹੈ ਇਹ ਯੂਜ਼ਰ ਨੂੰ ਡਾਟਾ ਦਾ ਬੈਕਅਪ ਰੱਖਣ ਅਤੇ ਇੰਟਰਨਲ ਹਾਰਡ ਡਰਾਈਵ ਤੋਂ ਵੱਖਰੀ ਸੂਚਨਾ ਸਟੋਰ ਕਰਨ ਦੀ ਆਗਿਆ ਦਿੰਦੀ ਹੈ। ਇਸ ਵਿੱਚ ਡਾਟਾ ਸਟੋਰ ਕਰਨ ਤੋਂ ਬਾਅਦ ਇਸ ਨੂੰ ਕੰਪਿਊਟਰ ਤੋਂ ਹਟਾ ਕੇ ਜਾਂ ਵੱਖ ਕਰਕੇ ਕਿਸੇ ਸੁਰੱਖਿਅਤ ਜਗ੍ਹਾ 'ਤੇ ਰੱਖਿਆ ਜਾ ਸਕਦਾ ਹੈ। ਅੱਗੇ ਹੁਣ ਅਸੀਂ ਫਲੋਪੀ ਡਿਸਕ ਬਾਰੇ ਜਾਣਾਂਗੇ। ਸੋ ਫਲੋਪੀ ਡਿਸਕ ਪਲਾਸਟਿਕ ਦੀਆਂ ਛੋਟੀਆਂ ਜਿਹੀਆਂ ਰਿਮੂਵ ਹੋਣ ਵਾਲੀਆਂ ਡਿਸਕਾਂ ਹੁੰਦੀਆਂ ਹਨ ਜਿਨ੍ਹਾਂ ਉੱਪਰ ਮੈਗਨੇਟਿਕ ਮਾਧਿਅਮ ਦੀ ਪਰਤ ਚੜ੍ਹੀ ਹੁੰਦੀ ਹੈ। ਫਲੋਪੀ ਡਿਸਕ ਵਿੱਚ ਦਰਜ ਸੂਚਨਾਵਾਂ ਨੂੰ ਪੜ੍ਹਨ ਲਈ ਫਲੋਪੀ ਡਿਸਕ ਡਰਾਈਵ ਦੀ ਲੋੜ ਪੈਂਦੀ ਹੈ। ਇਹਨਾਂ ਦੀ ਵਰਤੋਂ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਡਾਟਾ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। ਫਲੋਪੀ ਡਿਸਕ 3.5 ਇੰਚ, 5.25 ਇੰਚ ਅਤੇ 8 ਇੰਚ ਸਾਈਜ਼ ਦੀ ਹੁੰਦੀ ਹੈ, ਜਿਸ ਦੀ ਸਟੋਰੇਜ ਸਮਰੱਥਾ 40 KB ਤੋਂ 1.44 MB, 1.2 MB ਅਤੇ 20 MB ਤੋਂ 80 GB ਤੱਕ ਹੁੰਦੀ ਹੈ। ਅਗਲਾ ਸਾਡੇ ਕੋਲ ਸਟੋਰੇਜ ਯੰਤਰ ਹੈ ਮੈਗਨੇਟਿਕ ਟੇਪ। ਸੋ ਮੈਗਨੇਟਿਕ ਟੇਪ ਇੱਕ ਲੜੀਵਾਰ ਡਾਟਾ ਸਟੋਰ ਕਰਕੇ ਰੱਖਣ ਦਾ ਸਟੋਰੇਜ ਮਾਧਿਅਮ ਹੈ। ਇਸ ਦੀ ਵਰਤੋਂ ਡਾਟਾ ਦਾ ਬੈਕਅਪ ਰੱਖਣ ਲਈ ਕੀਤੀ ਜਾਂਦੀ ਹੈ। ਮੈਗਨੇਟਿਕ ਟੇਪ ਲਚਕਦਾਰ ਪਲਾਸਟਿਕ ਦੀ ਬਣੀ ਹੁੰਦੀ ਹੈ ਜਿਸ ਦੇ ਇੱਕ ਪਾਸੇ ਮੈਗਨੇਟਿਕ ਮਾਧਿਅਮ ਦੀ ਕੋਟਿੰਗ ਹੋਈ ਹੁੰਦੀ ਹੈ। ਮੈਗਨੇਟਿਕ ਟੇਪ ਵਿੱਚ ਡਾਟਾ ਸਟੋਰ ਕਰਨਾ ਡਿਸਕ ਦੇ ਮੁਕਾਬਲੇ ਸਸਤਾ ਪੈਂਦਾ ਹੈ, ਪਰ ਡਿਸਕ ਦੀ ਸਟੋਰੇਜ ਸਮਰੱਥਾ ਵਧਣ ਕਰਕੇ ਇਸ ਦੀ ਵਰਤੋਂ ਘੱਟ ਹੁੰਦੀ ਜਾ ਰਹੀ ਹੈ। ਇਸ ਟੇਪ ਦੀ ਖਾਮੀ ਇਹ ਹੈ ਕਿ ਇਸ ਦੇ ਲੜੀਵਾਰ ਡਾਟੇ ਨੂੰ ਪੜ੍ਹਨ ਅਤੇ ਲਿਖਣ ਕਰਕੇ ਇਸ ਵਿੱਚ ਪਏ ਸਾਰੇ ਡਾਟੇ ਨੂੰ ਪੜ੍ਹਨਾ ਪੈਂਦਾ ਹੈ। ਇਹ ਆਮ ਆਡੀਓ ਕੈਸੇਟ ਵਾਂਗ ਹੁੰਦੀ ਹੈ ਜਿਸ ਦੀ ਸਟੋਰੇਜ ਸਮਰੱਥਾ 40 MB ਤੋਂ 100 MB ਤੱਕ ਹੁੰਦੀ ਹੈ। ਅਗਲਾ ਸਾਡੇ ਕੋਲ ਸਟੋਰੇਜ ਯੰਤਰ ਹੈ CD। ਸੋ CD ਦਾ ਪੂਰਾ ਨਾਮ ਕੰਪੈਕਟ ਡਿਸਕ ਹੈ। ਇਹ ਇੱਕ ਪੋਰਟੇਬਲ ਡਿਸਕ ਹੁੰਦੀ ਹੈ ਜਿਸ ਦੀ ਡਾਟਾ ਸਟੋਰ ਕਰਨ ਦੀ ਸਮਰੱਥਾ 650 MB ਤੋਂ 700 MB ਤੱਕ ਹੁੰਦੀ ਹੈ। ਇਸ ਵਿੱਚ ਅਸੀਂ ਵੱਡੀ ਮਾਤਰਾ ਵਿੱਚ ਗਾਣੇ, ਫਿਲਮਾਂ, ਫਾਈਲਾਂ ਆਦਿ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ। ਇਸ ਵਿੱਚ ਡਿਜੀਟਲ ਰੂਪ ਵਿੱਚ ਸੂਚਨਾ ਸਟੋਰ ਹੁੰਦੀ ਹੈ ਜਿਸ ਨੂੰ ਸਿਰਫ ਪੜ੍ਹਿਆ ਜਾ ਸਕਦਾ ਹੈ ਪਰ ਲਿਖਿਆ ਨਹੀਂ ਜਾ ਸਕਦਾ। ਇੱਕ ਭਰੋਸੇਮੰਦ ਸਾਧਨ ਹੋਣ ਕਰਕੇ ਇਸ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। CD ਦਾ ਇੱਕ ਪਾਸਾ ਚਮਕੀਲਾ ਜਾਂ ਸ਼ੀਸ਼ੇ ਵਾਂਗ ਹੁੰਦਾ ਹੈ, ਜਿਵੇਂ ਤੁਸੀਂ ਸੱਜੇ ਪਾਸੇ ਚਿੱਤਰ ਵਿੱਚ ਦੇਖ ਪਾ ਰਹੇ ਹੋ। ਇਸ ਚਮਕੀਲੇ ਸਰਫੇਸ ਉੱਤੇ ਮਾਈਕਰੋਪਿਟਸ ਅਤੇ ਪਲੇਟਸ ਹੁੰਦੇ ਹਨ ਜਿਨ੍ਹਾਂ ਵਿੱਚ ਸੂਚਨਾ ਸਟੋਰ ਹੁੰਦੀ ਹੈ। ਇਸ ਵਿੱਚ ਸਟੋਰ ਸੂਚਨਾ ਨੂੰ
ਲੇਜ਼ਰ ਬੀਮ ਰਾਹੀਂ ਪੜ੍ਹਿਆ ਜਾਂ ਲਿਖਿਆ ਜਾ ਸਕਦਾ ਹੈ। ਇਸ ਕਰਕੇ ਇਸ ਨੂੰ ਆਪਟੀਕਲ ਡਿਸਕ ਵੀ ਕਿਹਾ ਜਾਂਦਾ ਹੈ। ਇਸ ਵਿੱਚ ਡਾਟੇ ਨੂੰ 1200 ਕਿਲੋਬਿਟ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਪੜ੍ਹਿਆ ਜਾ ਸਕਦਾ ਹੈ। ਅੱਗੇ ਹੁਣ ਅਸੀਂ CD ਦੀਆਂ ਕਿਸਮਾਂ ਬਾਰੇ ਜਾਣਾਂਗੇ। CD ਦੀਆਂ ਦੋ ਕਿਸਮਾਂ ਹੁੰਦੀਆਂ ਨੇ। ਪਹਿਲੀ ਸਾਡੇ ਕੋਲ ਹੈ CDR। CDR ਨੂੰ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ ਵੀ ਕਿਹਾ ਜਾਂਦਾ ਹੈ। ਇਸ ਵਿੱਚ ਸੂਚਨਾ ਨੂੰ ਸਿਰਫ ਇੱਕ ਵਾਰ ਲਿਖਿਆ ਜਾ ਸਕਦਾ ਹੈ, ਪਰ ਪੜ੍ਹਿਆ ਬਾਰ-ਬਾਰ ਜਾ ਸਕਦਾ ਹੈ। ਦੂਸਰਾ ਸਾਡੇ ਕੋਲ ਹੈ CDRW। ਸੋ CDRW ਦਾ ਪੂਰਾ ਨਾਮ ਹੈ ਕੰਪੈਕਟ ਡਿਸਕ ਰੀਡ ਅਤੇ ਰਾਈਟ। ਇਸ ਵਿੱਚ ਸੂਚਨਾ ਨੂੰ ਵਾਰ-ਵਾਰ ਪੜ੍ਹਿਆ ਅਤੇ ਵਾਰ-ਵਾਰ ਲਿਖਿਆ ਜਾ ਸਕਦਾ ਹੈ। ਅਗਲਾ ਸਾਡੇ ਕੋਲ ਸਟੋਰੇਜ ਡਿਵਾਈਸ ਹੈ DVD। ਸੋ DVD ਦਾ ਪੂਰਾ ਨਾਮ ਡਿਜੀਟਲ ਵਰਸਟਾਈਲ ਡਿਸਕ ਜਾਂ ਡਿਜੀਟਲ ਵੀਡੀਓ ਡਿਸਕ ਹੈ। ਇਹ CD ਵਾਂਗ ਹੁੰਦੀ ਹੈ, ਪਰ ਇਸ ਦੀ ਸਟੋਰੇਜ ਸਮਰੱਥਾ CD ਨਾਲੋਂ 6 ਗੁਣਾ ਜ਼ਿਆਦਾ ਹੁੰਦੀ ਹੈ। DVD ਦੀ ਵਰਤੋਂ ਵਧੀਆ ਮਲਟੀਮੀਡੀਆ ਪ੍ਰੈਜੈਂਟੇਸ਼ਨਾਂ ਅਤੇ ਮੂਵੀਜ਼ ਜੋ ਕਿ ਵਧੀਆ ਕਿਸਮ ਦੀ ਆਵਾਜ਼ ਅਤੇ ਗ੍ਰਾਫਿਕਸ ਤੋਂ ਬਣੀਆਂ ਹੋਣ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। DVD ਵਿਚਲਾ ਡਾਟਾ ਪੜ੍ਹਨ ਲਿਖਣ ਲਈ ਵੀ DVD ਡਰਾਈਵ ਦੀ ਵਰਤੋਂ ਕੀਤੀ ਜਾਂਦੀ ਹੈ। ਸੋ DVD ਦੀ ਸਟੋਰੇਜ ਸਮਰੱਥਾ 4.7 ਗੀਗਾਬਾਈਟ ਤੋਂ ਲੈ ਕੇ 17 ਗੀਗਾਬਾਈਟ ਤੱਕ ਹੁੰਦੀ ਹੈ। ਸੋ ਹੁਣ ਅਸੀਂ CD ਜਾਂ DVD ਨੂੰ ਵਰਤਣ ਸਮੇਂ ਕਿਹੜੇ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ ਉਹਨਾਂ ਬਾਰੇ ਪੜ੍ਹਾਂਗੇ। ਸੋ ਜਦੋਂ CD DVD ਦੀ ਵਰਤੋਂ ਨਹੀਂ ਕਰ ਰਹੇ ਹੁੰਦੇ ਤਾਂ ਇਸ ਨੂੰ ਇਸ ਦੇ ਕਵਰ ਵਿੱਚ ਹੀ ਸਾਨੂੰ ਰੱਖਣਾ ਚਾਹੀਦਾ ਹੈ। CD ਜਾਂ DVD ਦੇ ਚਮਕੀਲੇ ਪਾਸੇ ਨੂੰ ਸਾਨੂੰ ਛੂਹਣਾ ਨਹੀਂ ਚਾਹੀਦਾ। ਤੀਸਰਾ ਹੈ CD ਜਾਂ DVD ਦੇ ਚਮਕੀਲੇ ਪਾਸੇ ਪੈਨ ਜਾਂ ਪੈਨਸਿਲ ਨਾਲ ਲਿਖਣਾ ਨਹੀਂ ਚਾਹੀਦਾ। ਚੌਥਾ ਪੁਆਇੰਟ ਹੈ CD ਜਾਂ DVD ਨੂੰ ਮੋੜਨਾ ਨਹੀਂ ਚਾਹੀਦਾ। ਪੰਜਵਾਂ ਪੁਆਇੰਟ ਹੈ CD ਜਾਂ DVD ਨੂੰ ਨਰਮ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ। ਅਤੇ ਲਾਸਟ ਪੁਆਇੰਟ ਹੈ CD ਜਾਂ DVD ਉੱਪਰ ਮਿੱਟੀ ਜਾਂ ਘੱਟਾ ਹਟਾਉਣ ਲਈ ਪਾਣੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸੋ ਅੱਗੇ ਹੁਣ ਅਸੀਂ ਅਗਲਾ ਜਿਹੜਾ ਸਾਡੇ ਕੋਲ ਸਟੋਰੇਜ ਯੰਤਰ ਹੈ ਜਿਸ ਦਾ ਨਾਮ ਹੈ ਪੈਨ ਡਰਾਈਵ। ਸੋ ਪੈਨ ਡਰਾਈਵ ਪੋਰਟੇਬਲ ਯੂਨੀਵਰਸਲ ਸੀਰੀਅਲ ਬਸ ਫਲੈਸ਼ ਮੈਮਰੀ ਯੰਤਰ ਹੈ ਜਿਸ ਦੀ ਵਰਤੋਂ ਆਡੀਓ ਵੀਡੀਓ ਡਾਟਾ ਫਾਈਲਾਂ ਨੂੰ ਕੰਪਿਊਟਰ ਵਿੱਚ ਸਟੋਰ ਕਰਨ ਅਤੇ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। ਇਸ ਨੂੰ ਫਲੈਸ਼ ਡਰਾਈਵ, ਜੰਪ ਡਰਾਈਵ ਅਤੇ ਥੰਬ ਡਰਾਈਵ ਵੀ ਕਿਹਾ ਜਾਂਦਾ ਹੈ। ਇਹ ਆਕਾਰ ਵਿੱਚ ਛੋਟੀਆਂ, ਰਫ਼ਤਾਰ ਵਿੱਚ ਤੇਜ਼ ਅਤੇ ਸਟੋਰੇਜ ਸਮਰੱਥਾ ਵਿੱਚ ਹਜ਼ਾਰਾਂ ਗੁਣਾ ਵੱਧ ਹੁੰਦੀਆਂ ਹਨ। ਇਹਨਾਂ ਦਾ ਵਜ਼ਨ 30 ਗ੍ਰਾਮ ਤੋਂ ਘੱਟ ਹੁੰਦਾ ਹੈ। ਇਹਨਾਂ ਵਿੱਚ ਹਿਲਜੁਲ ਕਰਨ ਵਾਲੇ ਹਿੱਸੇ ਨਹੀਂ ਹੁੰਦੇ। ਇਹਨਾਂ ਉੱਤੇ ਇਲੈਕਟ੍ਰੋਮੈਗਨੈਟਿਕ ਇੰਟਰਫੇਰੈਂਸ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਪੈਨ ਡਰਾਈਵ ਦੀ ਸਟੋਰੇਜ ਸਮਰੱਥਾ 1 GB ਤੋਂ ਲੈ ਕੇ 256 GB ਤੱਕ ਹੁੰਦੀ ਹੈ ਅਤੇ ਇਹਨਾਂ ਨੂੰ ਆਸਾਨੀ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਆਪਣੀ ਜੇਬ ਵਿੱਚ ਪਾ ਕੇ ਲਿਜਾਇਆ ਜਾ ਸਕਦਾ ਹੈ। ਅਗਲਾ ਸਾਡੇ ਕੋਲ ਸਟੋਰੇਜ ਯੰਤਰ ਹੈ ਮੈਮਰੀ ਕਾਰਡ। ਸੋ ਮੈਮਰੀ ਕਾਰਡ ਇੱਕ ਤਰ੍ਹਾਂ ਦਾ ਸਟੋਰੇਜ ਮੀਡੀਆ ਹੈ ਜਿਸ ਦੀ ਵਰਤੋਂ ਡਿਜੀਟਲ ਕੈਮਰੇ, ਹੈਂਡਹੈਲਡ ਕੰਪਿਊਟਰ, MP3 ਪਲੇਅਰ, ਮੋਬਾਈਲ ਫੋਨ, ਗੇਮ ਕੰਸੋਲਾਂ ਅਤੇ ਪ੍ਰਿੰਟਰਾਂ ਵਿੱਚ ਫਿਲਮਾਂ, ਤਸਵੀਰਾਂ, ਮਿਊਜ਼ਿਕ ਅਤੇ ਹੋਰ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਮੈਮਰੀ ਕਾਰਡ ਵਿਚਲਾ ਡਾਟਾ ਕਾਰਡ ਰੀਡਰ ਜਾਂ ਡਾਟਾ ਕੇਬਲ ਦੀ ਮਦਦ ਨਾਲ ਪੜ੍ਹਿਆ ਜਾ ਸਕਦਾ ਹੈ। ਇਸ ਦੀ ਸਟੋਰੇਜ ਸਮਰੱਥਾ 4 MB ਤੋਂ 512 GB ਤੱਕ ਹੁੰਦੀ ਹੈ। ਸੋ ਹੁਣ ਅਸੀਂ ਸਟੋਰੇਜ ਡਿਵਾਈਸਿਸ ਪਾਰਟ ਦਾ ਅਭਿਆਸ ਕਰਾਂਗੇ ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਖਾਲੀ ਥਾਵਾਂ ਭਰੋ। ਪਹਿਲੀ ਖਾਲੀ ਥਾਂ ਹੈ ਪ੍ਰਾਇਮਰੀ ਮੈਮਰੀ ਨੂੰ ਡੈਸ਼ ਵੀ ਕਿਹਾ ਜਾਂਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਇੰਟਰਨਲ ਮੈਮਰੀ, ਦੂਸਰਾ ਐਕਸਟਰਨਲ ਮੈਮਰੀ, ਤੀਸਰਾ ਫਿਜ਼ੀਕਲ ਮੈਮਰੀ ਅਤੇ ਚੌਥਾ ਐਕਜ਼ੂਲਰੀ ਮੈਮਰੀ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਪ੍ਰਾਇਮਰੀ ਮੈਮਰੀ ਨੂੰ ਇੰਟਰਨਲ ਮੈਮਰੀ ਵੀ ਕਿਹਾ ਜਾਂਦਾ ਹੈ। ਦੂਸਰੀ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਮੈਮਰੀ ਰੀਡ ਓਨਲੀ ਮੈਮਰੀ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਹੈ ਰੋਮ, ਪ੍ਰੋਮ, EEPROM ਤੇ ਲਾਸਟ ਵਿੱਚ ਹੈ ਰੈਮ। ਤੇ ਇਸ ਵਿੱਚ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਰੋਮ ਮੈਮਰੀ ਰੀਡ ਓਨਲੀ ਮੈਮਰੀ ਹੈ। ਤੀਸਰਾ ਸਾਡੇ ਕੋਲ ਖਾਲੀ ਥਾਂ ਹੈ ਇੱਕ ਪੋਰਟੇਬਲ ਸਟੋਰੇਜ ਡਿਵਾਈਸ ਨਹੀਂ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਐਕਸਟਰਨਲ ਹਾਰਡ ਡਿਸਕ, ਦੂਸਰਾ ਸਾਡੇ ਕੋਲ ਹੈ ਪੈਨ ਡਰਾਈਵ, ਤੀਸਰਾ ਸਾਡੇ ਕੋਲ ਹੈ ਹਾਰਡ ਡਿਸਕ ਡਰਾਈਵ ਅਤੇ ਲਾਸਟ ਵਿੱਚ ਸਾਡੇ ਕੋਲ ਹੈ ਮੈਮਰੀ ਕਾਰਡ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਹਾਰਡ ਡਿਸਕ ਡਰਾਈਵ ਇੱਕ ਪੋਰਟੇਬਲ ਸਟੋਰੇਜ ਡਿਵਾਈਸ
नहीं है। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ, ਮੈਮਰੀ ਦੇ ਛੋਟੇ ਛੋਟੇ ਭਾਗਾਂ ਨੂੰ ਡੈਸ਼ ਕਿਹਾ ਜਾਂਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਸੈੱਲ, ਏਰੀਆ, ਇੰਟਰਸੈਕਸ਼ਨ ਜਾਂ ਕੋਈ ਨਹੀਂ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਮੈਮਰੀ ਦੇ ਛੋਟੇ ਛੋਟੇ ਭਾਗਾਂ ਨੂੰ ਸੈੱਲ ਕਿਹਾ ਜਾਂਦਾ ਹੈ। ਪੰਜਵਾਂ ਪ੍ਰਸ਼ਨ ਹੈ USB ਦਾ ਮਤਲਬ ਡੈਸ਼ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ यूनिफॉर्म सर्विस बुक, दूसरा यूनिवर्सल सीरियल बस, तीसरा यूनिवर्सल स्ट्रेट बस और चौथा यूनिफॉर्म सीरियल बस। तो साढ़े कोल USB का मतलब है यूनिवर्सल सीरियल बस। सो अगे हम असीं बहुत छोटे उत्तर वाले प्रश्न पढ़ांगे, जिस विच पहला प्रश्न है फ्लॉपी डिस्क की स्टोरेज समर्था कितनी होंदी है। तो साढ़े कोल जो सही उत्तर है फ्लॉपी डिस्क की स्टोरेज समर्था 1.44 MB होंदी है। दूसरा प्रश्न है CD की स्टोरेज समर्था कितनी होंदी है। साढ़े कोल जो सही उत्तर है CD की स्टोरेज समर्था 700 MB तक होंदी है। तीसरा प्रश्न है हार्ड डिस्क की स्टोरेज समर्था मापन लई किहड़ी मैमरी इकाई वरती जाती है। तो साढ़े कोल जो सही उत्तर है हार्ड डिस्क की स्टोरेज समर्था मापन लई गीगाबाइट मैमरी इकाई की वरतों की जाती है। अगर साढ़े को चौथा प्रश्न है CD और DVD विचों किसकी स्टोरेज समर्था वध होंदी है। सो साढ़े को DVD की स्टोरेज समर्था CD नालों वध होंदी है, क्योंकि CD की स्टोरेज समर्था 700 MB तक होंदी है, जबकि DVD की स्टोरेज समर्था 4.7 GB तक होंदी है, जो कि CD की स्टोरेज समर्था नालों 6 गुना ज़्यादा होंदी है। अगे पंजवां प्रश्न है पेन ड्राइव में कंप्यूटर सिस्टम के किस पोर्ट नाल अटैच किया जाता है। सो पेन ड्राइव में कंप्यूटर सिस्टम के USB यानी कि यूनिवर्सल सीरियल बस पोर्ट के नाल अटैच किया जाता है। अगे हम असीं इस पार्ट के छोटे उत्तर वाले प्रश्न पढ़ांगे, जिस में साडे कोल पहला प्रश्न है मैमरी की होंदी है। मैमरी दी दो मुख्य श्रेणियां का नाम लिखो। सो कंप्यूटर सिस्टम की डाटा ने स्टोर करके रखने की समर्था नूं मैमरी कहते हैं। कंप्यूटर मैमरी की वरतों डाटा प्रोग्राम और हिदायतां नूं स्थाई या अस्थाई तौर पर स्टोर करने लई कीती जाती है, ताकि प्रोसैसिंग तो पहला या बाद विच लोड़ पैन ते इसकी वरतों की जा सके। सो मैमरी की वरतों प्रोसैसिंग तो प्राप्त नतीजों नूं स्टोर करने लई भी की जाती है। मैमरी छोटे छोटे भागों में वंडी होंदी है, जिन्हां नूं सैल कहते हैं। सो मैमरी दी साडे कोल दो किस्मां होंदियां ने, जिस विच पहली साडे कोल प्राइमरी मैमरी और दूसरी सैकेंडरी मैमरी। अगे साडे कोल दूसरा प्रश्न है किसी 4 सैकेंडरी मैमरी के नाम दसो। तो सैकेंडरी मैमरी साडे कोल नाम हेठां लिखे ने, जिस विच पहला है हार्ड डिस्क, दूसरा फ्लॉपी डिस्क, तीसरा कंपैक्ट डिस्क, चौथा डिजिटल वीडियो डिस्क जिसमें DVD कहने, पंजवां पेन ड्राइव, छेवां मैमरी कार्ड, सतवां एक्सटर्नल हार्ड डिस्क और अठवां मैगनेटिक टेप। अगे साडे कोल तीसरा प्रश्न है मैमरी कार्ड की हुंदा है। सो मैमरी कार्ड एक तरह का स्टोरेज मीडिया है, जिसकी वरतों डिजिटल कैमरे, हैंडहेल्ड कंप्यूटर, MP3 प्लेयर, मोबाइल फोन, गेम कंसोलां ਅਤੇ ਪ੍ਰਿੰਟਰਾਂ ਵਿੱਚ ਫਿਲਮਾਂ, ਤਸਵੀਰਾਂ, ਮਿਊਜ਼ਿਕ ਅਤੇ ਹੋਰ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਮੈਮਰੀ ਕਾਰਡ ਵਿਚਲਾ ਡਾਟਾ ਕਾਰਡ ਰੀਡਰ ਜਾਂ ਡਾਟਾ ਕੇਬਲ ਦੀ ਮਦਦ ਨਾਲ ਪੜ੍ਹਿਆ ਜਾ ਸਕਦਾ ਹੈ। ਇਸ ਦੀ ਸਟੋਰੇਜ ਸਮਰੱਥਾ 4 MB ਤੋਂ 512 GB ਤੱਕ ਹੁੰਦੀ ਹੈ। ਅੱਗੇ ਹੁਣ ਅਸੀਂ ਚੌਥੇ ਪ੍ਰਸ਼ਨ ਬਾਰੇ ਪੜ੍ਹਾਂਗੇ। ਪੈਨ ਡਰਾਈਵ ਉੱਪਰ ਨੋਟ ਲਿਖੋ। ਸੋ ਪੈਨ ਡਰਾਈਵ पोर्टेबल ਸੈਕੰਡਰੀ ਮੈਮਰੀ ਹੈ। ਇਹ USB ਆਧਾਰਿਤ ਮੈਮਰੀ ਡਿਵਾਈਸ ਹੈ। इस दी वरतों डाटा नूं एक कंप्यूटर तो दूजे कंप्यूटर ते ट्रांसफर करने लई कीती जाती है। इसका आकार बहुत छोटा होंदा है ते रफ्तार बहुत तेज होंदी है। इसकी स्टोरेज समर्था भी वध होंदी है। अगे साडे कोल पंजवां प्रश्न है CD बारे लिखो। तो CD पोर्टेबल सैकेंडरी मैमरी है। CD का पूरा नाम कंपैक्ट डिस्क है। फ्लॉपी डिस्क के मुकाबले इसकी स्टोरेज समर्था काफ़ी ज़्यादा होंदी है। इस विच 650 तो 700 MB तक का डाटा स्टोर किया जा सकता है। इस विच स्टोर सूचना नूं असीं सिर्फ पढ़ सकते हैं, पर दोबारा लिख नहीं सकते। इसका एक पासा बहुत चमकीला होता है, जिस उपर डाटा और सूचना स्टोर की जाती है। यह एक भरोसेयोग मैमरी है। हुण असीं वड्डे उत्तर वाले प्रश्न पढ़ांगे, जिस में साडे कोल पहला प्रश्न है प्राइमरी मैमरी पर नोट लिखो। सो प्राइमरी मैमरी नूं अंदरूनी मैमरी या मुख्य मैमरी भी कहा जाता है। ये मैमरी CPU का ही भाग होंदी है। प्राइमरी मैमरी सिर्फ उन्होंने डाटा और हिदायतों स्टोर करके रखती है जिन्होंने उपर
ਕੰਪਿਊਟਰ ਉਸ ਸਮੇਂ ਕੰਮ ਕਰ ਰਿਹਾ ਹੁੰਦਾ ਹੈ। ਇਸ ਵਿੱਚ ਮਾਈਕਰੋ ਕੰਡਕਟਰ ਵਰਤੇ ਜਾਂਦੇ ਹਨ ਜੋ ਕਿ ਬਹੁਤ ਤੇਜ਼ ਅਤੇ ਵਿਸ਼ੇਸ਼ ਕਿਸਮ ਦੇ ਇਲੈਕਟ੍ਰੋਨਿਕ ਸਰਕਟ ਹੁੰਦੇ ਹਨ। ਕੰਪਿਊਟਰ ਦੀ ਮੁੱਖ ਮੈਮਰੀ ਦਾ ਸਾਈਜ਼ ਜਿੰਨਾ ਜ਼ਿਆਦਾ ਹੁੰਦਾ ਹੈ ਉਸ ਕੰਪਿਊਟਰ ਨੂੰ ਉਨਾ ਹੀ ਤੇਜ਼ ਮੰਨਿਆ ਜਾਂਦਾ ਹੈ। ਦੂਸਰਾ ਪ੍ਰਸ਼ਨ ਹੈ ਹਾਰਡ ਡਿਸਕ ਡਰਾਈਵ ਕੀ ਹੁੰਦੀ ਹੈ, ਵਿਸਤਾਰ ਨਾਲ ਦੱਸੋ। ਸੋ ਇੰਟਰਨਲ ਹਾਰਡ ਡਿਸਕ ਨੂੰ ਫਿਕਸ ਡਿਸਕ ਵੀ ਕਿਹਾ ਜਾਂਦਾ ਹੈ। ਇਹ ਮੈਮਰੀ ਦੀ ਸਥਾਈ ਕਿਸਮ ਹੈ। ਇਹ ਪ੍ਰਾਇਮਰੀ ਮੈਮਰੀ ਨਾਲੋਂ ਘੱਟ ਰਫ਼ਤਾਰ ਨਾਲ ਕੰਮ ਕਰਦੀ ਹੈ। CPU ਇਹਨਾਂ ਵਿੱਚ ਪਏ ਡਾਟੇ ਦੀ ਸਿੱਧੇ ਤੌਰ ਤੇ ਵਰਤੋਂ ਨਹੀਂ ਕਰਦਾ। ਹਾਰਡ ਡਿਸਕ ਵਿੱਚ ਪਿਆ ਡਾਟਾ ਪਹਿਲਾਂ ਮੇਨ ਮੈਮਰੀ ਵਿੱਚ ਭੇਜਿਆ ਜਾਂਦਾ ਹੈ, ਫਿਰ CPU ਇਸ ਦੀ ਵਰਤੋਂ ਕਰਦਾ ਹੈ। ਇਹ ਇੱਕ ਜਾਂ ਇੱਕ ਤੋਂ ਵੱਧ ਮਜ਼ਬੂਤ ਧਾਤੂ ਦੀਆਂ ਪਲੇਟਾਂ ਹੁੰਦੀਆਂ ਹਨ ਜਿਨ੍ਹਾਂ ਉੱਤੇ ਮੈਟਲ ਆਕਸਾਈਡ ਦੀ ਪਰਤ ਚੜੀ ਬਣੀ ਹੁੰਦੀ ਹੈ। ਹਾਰਡ ਡਿਸਕ ਵਿੱਚ ਡਾਟਾ ਮੈਗਨੈਟਿਕਲੀ ਰਿਕਾਰਡ ਕੀਤਾ ਜਾਂਦਾ ਹੈ। ਇੰਟਰਨਲ ਹਾਰਡ ਡਿਸਕ ਦੇ ਸਭ ਤੋਂ ਹੇਠਾਂ ਅਤੇ ਸਭ ਤੋਂ ਉੱਪਰ ਵਾਲੀ ਡਿਸਕ ਨੂੰ ਛੱਡ ਕੇ ਬਾਕੀ ਸਾਰੀਆਂ ਡਿਸਕ ਵਿੱਚ ਡਾਟਾ ਸਟੋਰ ਕੀਤਾ ਜਾਂਦਾ ਹੈ। ਹਰ ਇੱਕ ਡਿਸਕ ਉੱਪਰ ਇੱਕ ਰੀਡ ਰਾਈਟ ਹੈਡ ਲੱਗਾ ਹੁੰਦਾ ਹੈ। ਹਾਰਡ ਡਿਸਕ ਵਿੱਚ ਲੱਗੇ ਪਲੈਟਰ ਡਿਸਕ ਨੂੰ ਤੇਜ਼ ਗਤੀ ਨਾਲ ਘੁਮਾਉਂਦੇ ਹਨ। ਡਿਸਕ 5400 ਤੋਂ ਲੈ ਕੇ 7200 ਚੱਕਰ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਘੁੰਮਦੀ ਹੈ। ਇੱਕ ਆਮ ਕੰਪਿਊਟਰ ਦੀ ਸਟੋਰੇਜ ਸਮਰੱਥਾ 20 GB ਤੋਂ 1 TB ਤੱਕ ਹੋ ਸਕਦੀ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਸੈਕੰਡਰੀ ਮੈਮਰੀ ਕੀ ਹੁੰਦੀ ਹੈ। ਕਿਸੇ ਇੱਕ ਸੈਕੰਡਰੀ ਮੈਮਰੀ ਡਿਵਾਈਸ ਬਾਰੇ ਦੱਸੋ। ਸੈਕੰਡਰੀ ਮੈਮਰੀ ਨੂੰ ਐਕਸਟਰਨਲ ਮੈਮਰੀ, ਐਗਜ਼ੀਲਰੀ ਮੈਮਰੀ ਜਾਂ ਫਿਜ਼ੀਕਲ ਮੈਮਰੀ ਵੀ ਕਿਹਾ ਜਾਂਦਾ ਹੈ। ਸੈਕੰਡਰੀ ਮੈਮਰੀ ਵਿੱਚ ਡਾਟਾ ਅਤੇ ਸੂਚਨਾਵਾਂ ਨੂੰ ਲੰਮੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ। ਇਸ ਵਿੱਚ ਪਿਆ ਡਾਟਾ ਬਿਜਲੀ ਚਲੇ ਜਾਣ ਤੇ ਵੀ ਨਹੀਂ ਮਿਟਦਾ। ਇਸ ਦੀ ਡਾਟਾ ਨੂੰ ਪੜ੍ਹਨ ਅਤੇ ਲਿਖਣ ਦੀ ਸਮਰੱਥਾ ਮੁੱਖ ਮੈਮਰੀ ਨਾਲੋਂ ਹੌਲੀ ਹੁੰਦੀ ਹੈ। ਇਸ ਦੀ ਕੀਮਤ ਵੀ ਬਹੁਤ ਘੱਟ ਹੁੰਦੀ ਹੈ। ਸੈਕੰਡਰੀ ਮੈਮਰੀ ਨੂੰ ਸਹਾਇਕ ਮੈਮਰੀ ਦੇ ਤੌਰ ਤੇ ਜ਼ਿਆਦਾ ਸੂਚਨਾਵਾਂ ਸਟੋਰ ਕਰਨ ਦੀ ਸਮਰੱਥਾ ਕਰਕੇ ਵਰਤਿਆ ਜਾਂਦਾ ਹੈ। ਸੋ ਅੱਗੇ ਹੁਣ ਅਸੀਂ ਕਿਸੇ ਇੱਕ ਸੈਕੰਡਰੀ ਮੈਮਰੀ ਡਿਵਾਈਸ ਬਾਰੇ ਜਾਣਾਂਗੇ ਜਿਸ ਵਿੱਚ ਸਾਡੇ ਕੋਲ ਹੈ DVD। ਸੋ DVD ਦਾ ਪੂਰਾ ਨਾਮ ਡਿਜੀਟਲ ਵਰਸਟਾਈਲ ਡਿਸਕ ਜਾਂ ਡਿਜੀਟਲ ਵੀਡੀਓ ਡਿਸਕ ਹੈ। ਇਹ CD ਵਾਂਗ ਹੁੰਦੀ ਹੈ ਪਰ ਇਸ ਦੀ ਸਟੋਰੇਜ ਸਮਰੱਥਾ CD ਨਾਲੋਂ 6 ਗੁਣਾ ਜ਼ਿਆਦਾ ਹੁੰਦੀ ਹੈ। DVD ਦੀ ਵਰਤੋਂ ਵਧੀਆ ਮਲਟੀਮੀਡੀਆ ਪ੍ਰੈਜੈਂਟੇਸ਼ਨਾਂ ਅਤੇ ਮੂਵੀ ਜੋ ਕਿ ਵਧੀਆ ਕਿਸਮ ਦੀ ਆਵਾਜ਼ ਅਤੇ ਗ੍ਰਾਫਿਕਸ ਤੋਂ ਬਣੀਆਂ ਹੋਣ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। DVD ਵਿਚਲਾ ਡਾਟਾ ਪੜ੍ਹਨ ਲਿਖਣ ਲਈ DVD ਡਰਾਈਵ ਦੀ ਵਰਤੋਂ ਕੀਤੀ ਜਾਂਦੀ ਹੈ। DVD ਦੀ ਸਟੋਰੇਜ ਸਮਰੱਥਾ 4.7 GB ਤੋਂ ਲੈ ਕੇ 17 GB ਤੱਕ ਹੁੰਦੀ ਹੈ। ਅੱਗੇ ਅਸੀਂ ਹੁਣ ਚੌਥੇ ਪ੍ਰਸ਼ਨ ਵਿੱਚ ਪੜਾਂਗੇ CD DVD ਵਰਤਦੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਲਿਖੋ। CD DVD ਵਰਤਦੇ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਸ ਵਿੱਚ ਪਹਿਲਾ ਹੈ CD DVD ਨੂੰ ਕਵਰ ਵਿੱਚ ਸਾਂਭ ਕੇ ਰੱਖਣਾ ਚਾਹੀਦਾ। ਦੂਸਰਾ ਪੁਆਇੰਟ CD ਜਾਂ DVD ਦੇ ਚਮਕੀਲੇ ਪਾਸੇ ਨੂੰ ਛੂਹਣਾ ਨਹੀਂ ਚਾਹੀਦਾ। ਤੀਸਰਾ ਪੁਆਇੰਟ CD ਜਾਂ DVD ਦੇ ਚਮਕੀਲੇ ਪਾਸੇ ਪੈਨ ਜਾਂ ਪੈਨਸਿਲ ਨਾਲ ਨਹੀਂ ਲਿਖਣਾ ਚਾਹੀਦਾ। ਚੌਥਾ ਪੁਆਇੰਟ CD ਜਾਂ DVD ਨੂੰ ਮੋੜਨਾ ਨਹੀਂ ਚਾਹੀਦਾ। ਪੰਜਵਾਂ ਪੁਆਇੰਟ CD ਜਾਂ DVD ਨੂੰ ਸਾਫ਼ ਕਰਨ ਲਈ ਨਰਮ ਕੱਪੜੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅਗਲੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਐਕਸਟਰਨਲ ਹਾਰਡ ਡਿਸਕ ਡਰਾਈਵ ਕੀ ਹੈ, ਇਸ ਦੇ ਲਾਭ ਲਿਖੋ। ਸੋ ਐਕਸਟਰਨਲ ਹਾਰਡ ਡਿਸਕ ਪੋਰਟੇਬਲ ਸੈਕੰਡਰੀ ਮੈਮਰੀ ਹੈ। ਇਹ USB ਆਧਾਰਿਤ ਮੈਮਰੀ ਡਿਵਾਈਸ ਹੈ। ਇਸ ਦੀ ਸਟੋਰੇਜ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੀ ਵਰਤੋਂ ਆਮ ਤੌਰ ਤੇ ਡਾਟਾ ਦਾ ਬੈਕਅਪ ਲੈਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਡਾਟਾ ਸਟੋਰ ਕਰਨ ਤੋਂ ਬਾਅਦ ਇਸ ਨੂੰ ਕੰਪਿਊਟਰ ਤੋਂ ਹਟਾ ਕੇ ਕਿਸੇ ਸੁਰੱਖਿਅਤ ਜਗ੍ਹਾ ਤੇ ਰੱਖਿਆ ਜਾ ਸਕਦਾ ਹੈ। ਸੋ ਅੱਗੇ ਹੁਣ ਅਸੀਂ ਐਕਸਟਰਨਲ ਹਾਰਡ ਡਿਸਕ ਡਰਾਈਵ ਦੇ ਲਾਭ ਬਾਰੇ ਜਾਣਾਂਗੇ ਜਿਸ ਵਿੱਚ ਇਸ ਦਾ ਪਹਿਲਾ ਲਾਭ ਹੈ ਐਕਸਟਰਨਲ ਹਾਰਡ ਡਿਸਕ ਪੋਰਟੇਬਲ ਸੈਕੰਡਰੀ ਮੈਮਰੀ ਹੈ। ਇਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਦੂਸਰਾ ਪੁਆਇੰਟ ਹੈ ਇਹ ਯੂਜ਼ਰ ਨੂੰ ਡਾਟਾ ਦਾ ਬੈਕਅਪ ਰੱਖਣ ਅਤੇ ਇੰਟਰਨਲ ਹਾਰਡ ਡਰਾਈਵ ਤੋਂ ਵੱਖਰੀ ਸੂਚਨਾ ਸਟੋਰ ਕਰਨ ਦੀ ਆਗਿਆ ਦਿੰਦੀ ਹੈ। ਤੀਸਰਾ ਪੁਆਇੰਟ ਹੈ ਇਸ ਵਿੱਚ ਡਾਟਾ ਸਟੋਰ ਕਰਨ ਤੋਂ ਬਾਅਦ ਇਸ ਨੂੰ ਕੰਪਿਊਟਰ ਤੋਂ ਹਟਾ ਕੇ ਕਿਸੇ ਸੁਰੱਖਿਅਤ ਜਗ੍ਹਾ ਤੇ ਰੱਖਿਆ ਜਾ ਸਕਦਾ ਹੈ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।